ਜਿਹੜੇ ਸਾਡੇ ਪੁਰਖੇ ਸਨ ਉਹਨਾਂ ਨੇ ਕੀ ਕੁਰਬਾਨੀਆਂ ਕੀਤੀਆਂ ਸਾਨੂੰ ਆਜ਼ਾਦੀ ਦਿਲਾਉਣ ਲਈ ਤੇ ਹੁਣ ਜਿਹੜੇ 25 ਸਾਲ ਨੇ ਉਹ ਦੇਸ਼ ਦਾ ਅੰਮ੍ਰਿਤ ਕਾਲ ਬਣੇ ਦੇ ਉਹਨਾਂ ਦੀ ਜਿਹੜੇ ਸੁਪਨੇ ਨੇ ਜਿਹੜੇ ਅਸੀਂ ਪੂਰੇ ਨਹੀਂ ਕਰ ਸਕੇ ਹੁਣ ਉਹ 25 ਸਾਲਾਂ 'ਚ ਪੂਰੇ ਕਰਕੇ ਦੇਸ਼ ਨੂੰ ਅੱਗੇ ਸਿੱਧੇ ਰਸਤੇ ਲੈ ਕੇ ਜਾਣ। ਕਿਤੇ ਨਾ ਕਿਤੇ ਅਸੀਂ ਦੇਖਦੇ ਨਹੀਂ ਚਾਹੇ ਸਰਕਾਰਾਂ ਸਮੇਂ-ਸਮੇਂ ਸਿਰ ਬਦਲਦੀਆਂ ਰਹੀਆਂ ਨੇ ਪਰ ਸਾਡੇ ਸ਼ਹੀਦ ਗੁੰਮਨਾਮ ਸ਼ਹੀਦ ਬਣ ਕੇ ਰਹਿ ਗਏ ਆ ਜਿਹੜੇ ਕਈ ਸ਼ਹੀਦਾਂ ਦਾ ਸਾਨੂੰ ਪਤਾ ਹੀ ਨਹੀਂ। ਜਾਂ ਸਰਕਾਰਾਂ ਨੇ ਜਾਂ ਅਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਇੱਕ ਟੂਰਿਜ਼ਮ ਲਈ ਨੂੰ ਬੜਾ ਗਰੋ ਕੀਤਾ ਜਾ ਸਕਦਾ ਸੀ ਫਿਰੋਜ਼ਪੁਰ ਨੂੰ। ਇੱਥੇ ਬਹੁਤ ਇਹੋ ਜਿਹੀਆਂ ਜਗ੍ਹਾਵਾਂ ਨੇ ਜਿਹਨੂੰ ਅਸੀਂ ਇੰਟਰਨੈਸ਼ਨਲ ਸਪੋਰਟ ਦੇ ਤਹਿਤ ਸਾਰੀ ਦੁਨੀਆ ਤੱਕ ਪਹੁੰਚਾ ਸਕਦੇ ਹਾਂ। ਕਿਤੇ ਨਾ ਕਿਤੇ ਕਮੀ ਮੰਨਦੇ ਹੋ ਬੜੇ ਵੱਡੇ ਪੱਧਰ ਤੇ ਜਿਹੜਾ ਸ਼ਹੀਦੀ ਸਮਾਰਕ ਇੱਥੇ ਬਣਿਆ ਹੈ ਉਹ ਸੈਂਟਰਲ ਗਵਰਨਮੈਂਟ ਮੇਰੇ ਮੰਤਰਾਲੇ ਦਾ ਕੰਮ ਹੈ। ਉਹਦੇ ਇਲਾਵਾ ਜਿੰਨੇ ਗੁਰਦੁਆਰੇ ਨੇ 10 ਤੇ 10 ਜਿਹੜੇ ਵੱਡੇ ਗੁਰਦੁਆਰੇ ਨੇ ਸਰਾਂਗੜੀ ਵੀ ਉਹਦੇ 'ਚ ਵੀ ਹੈ ਸਾਰਾਗੜੀ ਤੇ ਅੰਮ੍ਰਿਤਸਰ ਗੋਲਡਨ ਟੈਂਪਲ ਫਤਿਹਗੜ੍ਹ ਸਾਹਿਬ ਅਨੰਦਪੁਰ ਸਾਹਿਬ ਬਠਿੰਡਾ ਪਟਿਆਲੇ ਉਹ ਸਾਰਿਆਂ ਦਾ ਚਮਕੌਰ ਸਾਹਿਬ ਉਹ ਸਾਰਿਆਂ ਦਾ ਜਿਹੜਾ ਹੈਰੀਟੇਜ ਸਰਕਿਟ ਹੈ ਉਹਦਾ ਪੈਸਾ ਵੀ ਮੇਰੇ ਡਿਪਾਰਟਮੈਂਟ ਨੇ ਲਾਇਆ ਹੈ। ਤੇ ਰਾਮ ਤੀਰਥ ਸਵਾਮੀ ਰਾਮ ਤੀਰਥ ਦਾ ਜਿਹੜਾ ਮੰਦਿਰ ਤੇ ਉਹਨਾਂ ਦਾ ਰੈਨੋਵੇਸ਼ਨ ਸਾਰਾ ਕੁਝ ਕਰਕੇ ਦਿੱਤਾ ਹੈ। ਇੱਕ ਔਰਤ ਹੋਣ ਦੇ ਨਾਤੇ ਤੁਸੀਂ ਕਿਵੇਂ ਮੰਨਦੇ ਹੋ ਸਾਡੇ ਦੇਸ਼ ਦੇ ਸਮਾਜ ਦੇ ਵਿੱਚ ਅਕਸਰ ਹੀ ਅਸੀਂ ਦੇਖਦੇ ਹਾਂ ਔਰਤਾਂ ਨੂੰ ਧੀਆਂ ਨੂੰ ਅਕਸਰ ਹੀ ਦਬਾਇਆ ਜਾਂਦਾ ਚਾਹੇ ਜਨਮ ਦਿਨ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ। ਅੱਜ ਇੱਕ ਇਹ ਵੀ ਧੀ ਹੈ ਜਿਹੜੀ ਅੱਜ ਦੇਸ਼ ਦੀ ਕੇਂਦਰੀ ਮੰਤਰੀ ਬਣੀ ਹੋਈ ਹੈ ਤੇ ਤੁਸੀਂ ਉਹਨਾਂ ਧੀਆਂ ਲਈ ਕੀ ਮਿਸਾਲ ਬਣੋਗੇ ਜਿਹੜੇ ਕਿ ਅੱਜ ਕੱਲ੍ਹ ਡਿਪਰੈਸ਼ਨ ਦੇ ਵਿੱਚ ਚਲੀਆਂ ਜਾਂਦੀਆਂ ਨੇ ਉਹਨਾਂ ਲਈ ਕੀ ਮਤਲਬ ਇੱਕ ਔਰਤ ਹੋਣ ਦੇ ਨਾਤੇ? ਜਿਹੜੀ ਸਾਡੀ ਸਰਕਾਰ ਹੈ ਉਹ ਬੇਟੀ ਬਚਾਓ ਬੇਟੀ ਪੜ੍ਹਾਓ ਉਹਨਾਂ ਨੇ ਕੀਤਾ। ਆਰਮੀ 'ਚ ਔਰਤਾਂ ਨੂੰ ਲੈ ਕੇ ਆਏ ਪਰਮਾਨੈਂਟ ਕਮਿਸ਼ਨ ਔਰਤਾਂ ਨੂੰ ਦਿੱਤੀਆਂ ਉਹਨਾਂ ਨੂੰ ਆਰਮੀ ਸਕੂਲ 'ਚ ਐਡਮਿਸ਼ਨ ਦਿੱਤੀ। ਪੜਤਲਾਂ ਬੀੜ ਕੇ ਤੋਪਕਾਨੇ ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਪੰਜਾਬ ਦੇ ਵਿੱਚ ਸਿਆਸਤ ਦਾ ਮਾਹੌਲ ਤਾਂ ਬਹੁਤ ਸਰਗਰਮ ਹੈ। ਜ਼ਰੂਰ ਹੈ ਫਿਰੋਜ਼ਪੁਰ ਸ਼ਹੀਦਾਂ ਦੀ ਧਰਤੀ ਤੇ ਵੱਡੇ ਕੇਂਦਰੀ ਮੰਤਰੀ ਜਿਹੜੇ ਹੈ ਪਹੁੰਚ ਰਹੇ ਹੈ। ਸਿਆਸਤ ਤੇ ਵੀ ਗੱਲ ਕਰਾਂਗੇ ਪਰ ਸਭ ਤੋਂ ਵੱਡੀ ਗੱਲ ਹੈ ਸ਼ਹੀਦਾਂ ਦੀ ਧਰਤੀ ਤੇ ਪਹੁੰਚਣਾ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਕੇਂਦਰੀ ਮੰਤਰੀ ਸਾਡੇ ਨਾਲ ਮੀਨਾਕਸ਼ੀ ਲੇਖੀ ਜੀ ਸਾਡੇ ਨਾਲ ਹੈ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ। ਪਹਿਲੀ ਗੱਲ ਤਾਂ ਇਹ ਹੈ ਜੀ ਵੀ ਤੁਹਾਡੀ ਪੰਜਾਬੀ ਤੇ ਬੜੀ ਪਕੜ ਹੈ। ਜਿਵੇਂ ਅਸੀਂ ਅਕਸਰ ਹੀ ਦੇਖਦੇ ਹਾਂ ਪੰਜਾਬ ਦੇ ਭਾਵੇਂ ਬੰਦਾ ਜੰਮਪਲ ਨਹੀਂ ਹੈ ਪੰਜਾਬੀ ਤੇ ਇੰਨੀ ਪਕੜ ਕਿਵੇਂ ਜੀ? ਮੈਂ ਖੰਨਿਆਂ ਦੀ ਧੀਆਂ ਤੇ ਲੇਖੀਆਂ ਦੀ ਨੂੰਹ ਆ ਤੇ ਪੰਜਾਬੀ ਤੇ ਖੂਨ ਰਗ ਰਗ 'ਚ ਪੰਜਾਬੀ ਤੇ ਪੰਜਾਬੀਅਤ ਹੈ। ਤੇ ਜਦੋਂ ਛੋਟੀ ਬੱਚੇ ਦਾ ਐਕਸਪੋਜ਼ਰ ਹੁੰਦਾ ਹੈ ਤੇ ਮੇਰੀ ਦਾਦੀ ਸਿੱਖਣੀ ਸੀ ਤੇ ਉਹ ਪੰਜਾਬੀ ਬੋਲਦੇ ਸਨ ਤੇ ਉਹਨਾਂ ਦੇ ਨਾਲ ਗੁਰਦੁਆਰੇ ਤੁਰਦੇ ਜਾਣਾ ਹੋਰ ਕੰਮ ਕਰਨੇ ਉਹਨਾਂ ਦੀ ਭਾਸ਼ਾ ਫਿਰ ਮੇਰੀ ਭਾਸ਼ਾ ਬਣ ਗਈ। ਇੱਕ ਜਿਹੜਾ ਤੁਹਾਡੇ ਕੋਲ ਡਿਪਾਰਟਮੈਂਟ ਹੈ ਕਲਚਰ ਦੀ ਅਸੀਂ ਕਰ ਲਈਏ ਚਾਹੇ ਹੋਮ ਅਫੇਅਰ ਦੀ ਗੱਲ ਕਰੀਏ ਤਾਂ ਅੱਜ ਤੁਹਾਨੂੰ ਮੌਕਾ ਮਿਲਿਆ ਸ਼ਹੀਦਾਂ ਦੀ ਧਰਤੀ ਤੇ ਆਉਣ ਦਾ ਤੇ ਉਹਦੇ ਤੇ ਵੀ ਚਰਚਾ ਕਰਦੇ ਆ ਕਿਵੇਂ ਦਾ ਲੱਗ ਰਿਹਾ ਸ਼ਹੀਦਾਂ ਦੀ ਧਰਤੀ ਤੇ ਆ ਕੇ ਨਤਮਸਤਕ ਹੋਣਾ ਹੁਸੈਨੀ ਵਾਲੇ? ਮੇਰੇ ਕੋਲ ਵਿਦੇਸ਼ ਡਿਪਾਰਟਮੈਂਟ ਹੈ ਤੇ ਸੰਸਕ੍ਰਿਤੀ ਦਾ ਡਿਪਾਰਟਮੈਂਟ ਹੈ ਤੇ ਸੰਸਕ੍ਰਿਤੀ ਦਾ ਸਿੱਧਾ ਜਿਹੜਾ ਰਿਸ਼ਤਾ ਹੈ ਉਹ ਰਿਸ਼ਤਾ ਆਪਣੇ ਸ਼ਹੀਦਾਂ ਦੇ ਨਾਲ ਹੈ। ਪ੍ਰਧਾਨ ਮੰਤਰੀ ਜੀ ਨੇ ਕਿਹਾ ਹੁਣ ਅਸੀਂ 75ਵੇਂ ਸਾਲ 'ਚ ਨੇ ਆਜ਼ਾਦੀ ਦੇ ਤੇ ਦੇਸ਼ ਨੂੰ ਸੋਚਣਾ ਵੀ ਪਏਗਾ ਕੰਮ ਵੀ ਕਰਨਾ ਪਏਗਾ ਕਿ ਜਿਹੜੇ ਸਾਡੇ ਪੁਰਖੇ ਸਨ ਉਹਨਾਂ ਨੇ ਕੀ ਕੁਰਬਾਨੀਆਂ ਕੀਤੀਆਂ ਸਾਨੂੰ ਆਜ਼ਾਦੀ ਦਿਲਾਉਣ ਲਈ ਤੇ ਹੁਣ ਜਿਹੜੇ 25 ਸਾਲ ਨੇ ਉਹ ਦੇਸ਼ ਦਾ ਅੰਮ੍ਰਿਤ ਕਾਲ ਬਣੇ ਦੇ ਉਹਨਾਂ ਦੀ ਜਿਹੜੇ ਸੁਪਨੇ ਨੇ ਜਿਹੜੇ ਅਸੀਂ ਪੂਰੇ ਨਹੀਂ ਕਰ ਸਕੇ ਹੁਣ ਉਹ 25 ਸਾਲਾਂ 'ਚ ਪੂਰੇ ਕਰਕੇ ਦੇਸ਼ ਨੂੰ ਅੱਗੇ ਸਿੱਧੇ ਰਸਤੇ ਲੈ ਕੇ ਜਾਣ। ਤੇ ਇਹ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਜਦੋਂ ਅਸੀਂ ਮਨਾ ਰਹੇ ਨੇ ਜਿਹੜੇ ਲੋਕਾਂ ਨੂੰ ਜਿਹੜੇ ਸ਼ਹੀਦਾਂ ਨੂੰ ਅਸੀਂ ਜਾਣਦੇ ਨੇ ਜਿਨ੍ਹਾਂ ਦੀ ਪਹਿਚਾਣ ਹੈ ਉਹਨਾਂ ਨੂੰ ਵੀ ਮਨਾਉਣਾ ਹੈ। ਜਿਨ੍ਹਾਂ ਦੀ ਕਈਆਂ ਦੇ ਨਾਂ ਵੀ ਨਹੀਂ ਪਤਾ ਹੋਣੇ ਕਈਆਂ ਨੂੰ ਸੈਲੀਬ੍ਰੇਟ ਵੀ ਨਹੀਂ ਕੀਤਾ ਹੋਣਾ ਉਹਨਾਂ ਨੂੰ ਵੀ ਟੁਣ ਕੇ ਸਾਹਮਣੇ ਲਿਆਉਣ ਦਾ ਕੰਮ ਹੈ। ਤੇ ਜਿਹੜੇ ਸਾਡੇ ਬੱਚੇ ਨੇ ਯੁਵਾ ਨੇ ਬਾਕੀਆਂ ਨੇ ਜਿਨ੍ਹਾਂ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਨਹੀਂ ਹੈ ਸਾਡੇ ਸ਼ਹੀਦਾਂ ਦੀ ਜਾਣਕਾਰੀ ਨਹੀਂ ਹੈ ਉਹਨਾਂ ਦੇ ਅੱਗੇ ਸਿੱਧੇ ਉਹ ਉਦਾਹਰਣ ਬਣਨ ਉਹ ਸਾਰਿਆਂ ਨੂੰ ਜਾਣਕਾਰੀ ਹੋਏ ਤਾਂ ਕਿ ਉਹ ਸਾਰੇ ਮਿਲ ਕੇ ਦੇਸ਼ ਭਗਤੀ ਦੇ ਰੁਤਬੇ ਨਾਲ ਸਾਰੇ ਮਿਲ ਕੇ ਕੰਮ ਕਰ ਸਕਣ। ਇਹ ਬੜਾ ਵਧੀਆ ਉਪਰਾਲਾ ਹੈ ਜੀ ਤੁਹਾਡਾ ਪਰ ਕਿਤੇ ਨਾ ਕਿਤੇ ਅਸੀਂ ਦੇਖਦੇ ਨਹੀਂ ਚਾਹੇ ਸਰਕਾਰਾਂ ਸਮੇਂ-ਸਮੇਂ ਸਿਰ ਬਦਲਦੀਆਂ ਰਹੀਆਂ ਨੇ ਪਰ ਸਾਡੇ ਸ਼ਹੀਦ ਗੁੰਮਨਾਮ ਸ਼ਹੀਦ ਬਣ ਕੇ ਰਹਿ ਗਏ ਆ ਜਿਹੜੇ ਕਈ ਸ਼ਹੀਦਾਂ ਦਾ ਸਾਨੂੰ ਪਤਾ ਹੀ ਨਹੀਂ। ਜਾਂ ਸਰਕਾਰਾਂ ਨੇ ਜਾਂ ਅਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ
ਇੱਕ ਟੂਰਿਜ਼ਮ ਲਈ ਇਹਨੂੰ ਬੜਾ ਗਰੋ ਕੀਤਾ ਜਾ ਸਕਦਾ ਸੀ ਫਿਰੋਜ਼ਪੁਰ ਨੂੰ। ਇੱਥੇ ਬਹੁਤ ਇਹੋ ਜਿਹੀਆਂ ਜਗ੍ਹਾਵਾਂ ਨੇ ਜਿਹਨੂੰ ਅਸੀਂ ਇੰਟਰਨੈਸ਼ਨਲ ਸਪੋਰਟ ਦੇ ਤਹਿਤ ਸਾਰੀ ਦੁਨੀਆ ਤੱਕ ਪਹੁੰਚਾ ਸਕਦੇ ਹਾਂ। ਕਿਤੇ ਨਾ ਕਿਤੇ ਕਮੀ ਮੰਨਦੇ ਹੋ ਬੜੇ ਵੱਡੇ ਪੱਧਰ ਤੇ? ਬਹੁਤ ਵੱਡੀ ਕਮੀਆਂ ਰਹੀਆਂ ਨੇ ਤੇ ਕਲਚਰ ਤੇ ਟੂਰਿਜ਼ਮ, ਸੰਸਕ੍ਰਿਤੀ ਤੇ ਟੂਰਿਜ਼ਮ ਜਿਵੇਂ ਤੁਸੀਂ ਦੇਖ ਲਿਓ ਹੁਣ ਵੀ ਪੈਸੇ ਸਾਰੇ ਕੇਂਦਰ ਸਰਕਾਰ ਨੇ ਲਾਏ ਨੇ ਤੇ ਜਿਹੜਾ ਸ਼ਹੀਦੀ ਸਮਾਰਕ ਇੱਥੇ ਬਣਿਆ ਹੈ ਉਹ ਸੈਂਟਰਲ ਗਵਰਨਮੈਂਟ ਮੇਰੇ ਮੰਤਰਾਲੇ ਦਾ ਕੰਮ ਹੈ। ਉਹਦੇ ਇਲਾਵਾ ਜਿੰਨੇ ਗੁਰਦੁਆਰੇ ਨੇ 10 ਤੇ 10 ਜਿਹੜੇ ਵੱਡੇ ਗੁਰਦੁਆਰੇ ਨੇ, ਸਰਾਂਗੜੀ ਵੀ ਉਹਦੇ 'ਚ ਵੀ ਹੈ, ਸਾਰਾਗੜੀ ਤੇ ਅੰਮ੍ਰਿਤਸਰ ਗੋਲਡਨ ਟੈਂਪਲ, ਫਤਿਹਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਬਠਿੰਡਾ, ਪਟਿਆਲੇ, ਉਹ ਸਾਰਿਆਂ ਦਾ ਚਮਕੌਰ ਸਾਹਿਬ, ਉਹ ਸਾਰਿਆਂ ਦਾ ਜਿਹੜਾ ਹੈਰੀਟੇਜ ਸਰਕਿਟ ਹੈ ਉਹਦਾ ਪੈਸਾ ਵੀ ਮੇਰੇ ਡਿਪਾਰਟਮੈਂਟ ਨੇ ਲਾਇਆ ਹੈ। ਤੇ ਰਾਮ ਤੀਰਥ, ਸਵਾਮੀ ਰਾਮ ਤੀਰਥ ਦਾ ਜਿਹੜਾ ਮੰਦਿਰ ਤੇ ਉਹਨਾਂ ਦਾ ਰੈਨੋਵੇਸ਼ਨ ਸਾਰਾ ਕੁਝ ਕਰਕੇ ਦਿੱਤਾ ਹੈ। ਇਹ ਉਹਦੇ ਇਲਾਵਾ ਸਮਾਰਟ ਸਿਟੀ ਪ੍ਰੋਜੈਕਟ ਤੇ ਹੋਰ ਬਹੁਤ ਸਾਰੇ ਪ੍ਰੋਜੈਕਟਸ ਨੇ ਉਹ ਅਸੀਂ ਕੰਮ ਕਰਕੇ ਦਿੱਤਾ ਹੈ। ਇੱਕ ਜ਼ਰੂਰ ਹੈ, ਹੁਣ ਅਸੀਂ ਇਹਦੇ ਤੇ ਵੀ ਚਰਚਾ ਕਰ ਲਈ। ਇੱਕ ਔਰਤ ਹੋਣ ਦੇ ਨਾਤੇ ਤੁਸੀਂ ਕਿਵੇਂ ਮੰਨਦੇ ਹੋ ਸਾਡੇ ਦੇਸ਼ ਦੇ ਸਮਾਜ ਦੇ ਵਿੱਚ ਅਕਸਰ ਹੀ ਅਸੀਂ ਦੇਖਦੇ ਹਾਂ ਔਰਤਾਂ ਨੂੰ, ਧੀਆਂ ਨੂੰ ਅਕਸਰ ਹੀ ਦਬਾਇਆ ਜਾਂਦਾ, ਚਾਹੇ ਜਨਮ ਦਿਨ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ। ਅੱਜ ਇੱਕ ਇਹ ਵੀ ਧੀ ਹੈ ਜਿਹੜੀ ਅੱਜ ਦੇਸ਼ ਦੀ ਕੇਂਦਰੀ ਮੰਤਰੀ ਬਣੀ ਹੋਈ ਹੈ, ਤੇ ਤੁਸੀਂ ਉਹਨਾਂ ਧੀਆਂ ਲਈ ਕੀ ਮਿਸਾਲ ਬਣੋਗੇ ਜਿਹੜੇ ਕਿ ਅੱਜ ਕੱਲ੍ਹ ਡਿਪਰੈਸ਼ਨ ਦੇ ਵਿੱਚ ਚਲੀਆਂ ਜਾਂਦੀਆਂ ਨੇ? ਉਹਨਾਂ ਲਈ ਕੀ ਮਤਲਬ ਇੱਕ ਔਰਤ ਹੋਣ ਦੇ ਨਾਤੇ? ਇੱਕ ਔਰਤ ਹੋਣ ਦੇ ਨਾਤੇ, ਇੱਕ ਬੇਟੀ ਹੋਣ ਦੇ ਨਾਤੇ ਮੈਂ ਇੱਕੋ ਗੱਲ ਕਹਾਂਗੀ ਕਿ ਮੈਂ ਆਪਣੇ ਫਾਦਰ ਸਾਹਿਬ ਦੀ, ਪਿਓ ਦੀ ਬੜੀ ਲਾਡਲੀ ਸੀ। ਮੇਰੇ ਫਾਦਰ ਸਾਹਿਬ ਨੇ ਮੈਨੂੰ ਬਣਾਉਣ ਵਾਲੇ ਮੇਰੇ ਕੋਈ ਹੋਰ ਬੰਦਾ ਨਹੀਂ, ਮੇਰੇ ਫਾਦਰ ਸਾਹਿਬ ਨੇ। ਮੇਰੀ ਮਾਂ ਨੇ ਸਖਤੀ ਕੀਤੀ ਹੋਣੀ ਹੈ, ਫਾਦਰ ਸਾਹਿਬ ਨੇ ਕਦੇ ਕੋਈ ਸਖਤੀ ਨਹੀਂ। ਹਰ ਜਗ੍ਹਾ ਪਿਓ ਹੀ ਜਿਹੜੀ ਧੀ ਜਿਹੜੀ ਨੇੜਤਾ ਹੁੰਦੀ ਹੈ, ਨੇੜਤਾ ਉਹ ਤੇ ਕੁਦਰਤ ਦਾ ਰੂਪ ਹੈ ਨਾ। ਜਿਹੜੇ ਬੇਟੇ ਨੇ ਉਹ ਮਾਂ ਦੇ ਨੇੜੇ ਹੁੰਦੇ ਨੇ, ਉਹਨਾਂ ਨੂੰ ਕੁੱਟ ਪੈਂਦੀ ਧੀਆਂ ਧੀਆਂ ਗਲਤ ਕੰਮ ਘੱਟ ਕਰਦੀ ਨੇ, ਧੀਆਂ ਗਲਤ ਕੰਮ ਘੱਟ ਕਰਦੀ ਨੇ। ਮੈਨੂੰ ਕੱਲ ਕਿਸੇ ਨੇ ਕਿਹਾ, ਮੈਂ ਖੰਨੇ ਗਈ ਹੋਈ ਸੀ ਤੇ ਉਹਨਾਂ ਨੇ ਕਿਹਾ ਜਿਹੜੀ ਧੀਆਂ ਨੇ ਉਹ ਘਿਓ ਪੇਕੇ ਰੋੜਦੀ ਨੇ। ਮੈਂ ਕਿਹਾ ਪੇਕੇ ਜਿਹੜੀ ਘਿਓ ਡੋਲਦੀ ਨੇ ਉਹ ਧੀਆਂ ਦਾ ਮਨ ਜਿਹੜਾ ਹੈ ਪੇਕੇ ਹੀ ਰਹਿੰਦਾ ਹੈ ਤੇ ਸਹੁਰੇ ਚਲੀ ਜਾਂਦੀ ਨੇ, ਪਰ ਆਤਮਾ ਜਿਹੜੀ ਹੈ ਪਰਾਇਆ ਧਨ ਜ਼ਰੂਰ ਹੈ, ਲੇਕਿਨ ਪਰਾਇਆ ਧਨ ਨਹੀਂ ਹੈ। ਉਹ ਦੂਜੇ ਘਰ ਜਾ ਕੇ ਉਹਦੀ ਸੇਵਾ ਕਰਦੀਆਂ ਨੇ, ਪਰ ਆਤਮਾ ਉਹਨਾਂ ਦਾ ਨਾਮ ਹੋਰ ਵੀ ਉੱਚਾ ਕਰਦੀਆਂ। ਹਾਂਜੀ, ਬਾਬਲ ਦਾ ਜਿਹੜੇ, ਪਰ ਚਲੋ ਤੁਹਾਡੀ ਗੱਲ ਠੀਕ ਹੈ ਬਿਲਕੁਲ, ਪਰ ਇਸ ਸਮਾਜ ਦੇ ਵਿੱਚ ਲੱਗਦਾ ਨਹੀਂ ਜਿਸ ਜਨਰੇਸ਼ਨ 'ਚ ਅਸੀਂ ਜਿਉਣੇ ਪਏ ਹਾਂ, ਇਸ ਅਜੋਕਾ ਸਮਾਂ ਜਿਹੜਾ ਮਾਡਰਨ ਸਮਾਂ ਹੈ, ਇਸ ਦੇ ਵਿੱਚ ਤਬਦੀਲੀਆਂ ਲਗਾਤਾਰ ਸਰਕਾਰ ਪੱਧਰ ਤੇ ਵੀ ਧੀਆਂ ਵਾਸਤੇ ਬਿਲਕੁਲ ਇਸ ਜਿਹੜੀ ਸਾਡੀ ਸਰਕਾਰ ਹੈ ਉਹ ਬੇਟੀ ਬਚਾਓ ਬੇਟੀ ਪੜ੍ਹਾਓ ਉਹਨਾਂ ਨੇ ਕੀਤਾ। ਆਰਮੀ 'ਚ ਔਰਤਾਂ ਨੂੰ ਲੈ ਕੇ ਆਏ, ਪਰਮਨੈਂਟ ਕਮਿਸ਼ਨ ਔਰਤਾਂ ਨੂੰ ਦਿੱਤੀਆਂ, ਉਹਨਾਂ ਨੂੰ ਆਰਮੀ ਸਕੂਲ 'ਚ ਐਡਮਿਸ਼ਨ ਦਿੱਤੀ। ਜਿੰਨੀ ਸਾਡੀ ਬੇਟੀਆਂ ਨੇ ਉਹ ਹੁਣ ਚਾਹੇ ਉਹ ਹਾਕੀ ਨੂੰ ਦੇਖੋ, ਕਿਸੇ ਹੋਰ ਨੂੰ ਦੇਖੋ, ਕੁੜੀਆਂ ਇੰਨਾ ਚੰਗਾ ਕਰ ਰਹੀਆਂ ਨੇ, ਬਾਕਸਿੰਗ ਸਪੋਰਟਸ ਇੰਨਾ ਵਧੀਆ ਕਰ ਰਹੀਆਂ ਨੇ। ਤੇ ਧੀਆਂ 'ਚ ਕੋਈ ਕਮੀ ਨਹੀਂ ਹੈ, ਉਹਨਾਂ ਨੂੰ ਸਿਰਫ ਮੌਕੇ ਦੀ ਲੋੜ ਹੈ ਤੇ ਸਰਕਾਰ ਜਿਹੜੀ ਹੈ ਉਹ ਸਪੈਸ਼ਲ ਐਮਫੈਸਿਸ ਕਰਕੇ ਧੀਆਂ ਲਈ ਕੰਮ ਕਰ ਰਹੀ ਹੈ। ਤੇ ਮੈਂ ਕਹਾਂਗੀ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਸਪੈਸ਼ਲ ਐਮਫੈਸਿਸ ਹੈ ਉਹ ਧੀਆਂ ਲਈ ਹੈ ਤੇ ਸਾਰੀ ਧੀਆਂ ਵੱਡੀ ਬੰਦੇ ਬਣਨ, ਵੱਡੇ ਕੰਮ ਕਰਨ, ਦੇਸ਼ ਸੇਵਾ 'ਚ ਬਰਾਬਰ ਦਾ ਕੰਮ ਕਰਨ। ਤੇ ਇਹ ਤੇ ਗੁਰੂਆਂ ਦੀ ਧਰਤੀ ਹੈ, ਗੁਰੂਆਂ ਨੇ ਕਦੀ ਵੱਖਰਾ ਨਹੀਂ ਕੀਤਾ ਧੀਆਂ ਨੂੰ। ਇੱਕ ਜੀ ਪੰਜਾਬ ਦੀ ਧੀ ਹੈ, ਉਹਨੂੰ ਸੁਣ ਤੇ ਬੋਲ ਨਹੀਂ ਸਕਦੀ। ਹਾਂਜੀ, ਮੈਂ ਉਹਦਾ ਵੀਡੀਓ ਦੇਖਿਆ, ਉਹ ਚੈਸ ਖੇਲਦੀ ਹੈ, ਚੈਸ ਦਾ ਬਹੁਤ ਵਧੀਆ। ਉਹਨੇ ਇੰਨੇ ਮੈਡਲ ਪ੍ਰਾਪਤ ਕੀਤੇ ਆ। ਪ੍ਰਗਟ ਸਿੰਘ ਜਿਹੜੇ ਹੈ ਸਪੋਰਟਸ ਮਿਨਿਸਟਰ ਹੈ, ਉਹਨਾਂ ਕੋਲ ਵੀ ਠੋਕਰਾਂ ਖਾਂਦੇ, ਉਹਨਾਂ ਨੂੰ ਕੋਈ ਵਜ਼ੀਫਾ ਨਹੀਂ ਮਿਲਿਆ। ਉਹ ਧੀ ਅੰਦਰੋਂ ਟੁੱਟੀ ਪਈ ਹੈ। ਤੁਸੀਂ ਇੱਕ ਔਰਤ ਹੋਣ ਦੇ ਨਾਤੇ ਮੈਂ ਉਹ ਮਾਮਲਾ ਲੈ ਕੇ ਜਾ ਰਹੀ ਹਾਂ, ਪਰ ਮੈਨੂੰ ਉਹਦੀ ਨਾ ਡਿਟੇਲ ਹੋਰ ਪਤਾ ਕਰਨੀ ਪੈਗੀ। ਮੈਨੂੰ ਉਨਾ ਹੀ ਪਤਾ ਜਿੰਨਾ ਸੋਸ਼ਲ ਮੀਡੀਆ 'ਚ ਆਇਆ। ਜ਼ਰੂਰ ਤੁਹਾਨੂੰ ਨਹੀਂ, ਉਹ ਮੈਂ ਸੋਸ਼ਲ ਮੀਡੀਆ 'ਚ ਜਿੰਨਾ ਆਇਆ ਉਹਨਾਂ ਪਤਾ ਹੈ। ਮੈਂ ਉਹਨੂੰ ਜਾ ਕੇ ਫਿਰ ਕੁਝ ਦੇਖਣ ਵਾਲੀ ਹਾਂ। ਇੱਕ ਮੈਂ ਜ਼ਿਆਦਾ ਲੰਮਾ ਨਹੀਂ ਇੰਟਰਵਿਊ ਕਰੂੰਗਾ। ਇੱਕ ਜ਼ਿੰਦਗੀ 'ਚ ਠੋਕਰਾਂ, ਸਟਰਗਲ ਕਿਵੇਂ ਦਾ ਰਿਹਾ ਜੀ ਤੁਹਾਡਾ? ਅਕਸਰ ਅਸੀਂ ਕਹਿੰਦੇ ਹਾਂ ਜੀ ਕੇਂਦਰੀ ਮੰਤਰੀ ਬਣ ਗਏ, ਲੋਕ ਜਦੋਂ ਗੱਲਾਂ ਕਰਦੇ, ਇੱਕ ਬੰਦਾ ਨਿੱਜੀ ਜ਼ਿੰਦਗੀ 'ਚ ਕਿਸ ਤਰੀਕੇ ਨਾਲ ਤੁਸੀਂ ਬਿਆਨ? ਪ੍ਰਿੰਟ ਮੀਡੀਆ ਵਾਸਤੇ ਵੀ ਟਾਈਮ ਹੈਗਾ ਕਿ ਨਹੀਂ ਤੁਹਾਡੇ? ਮੈਂ ਤੇ ਇਹੀ ਕਹਾਂਗੀ ਕਿ ਸਟਰਗਲ ਤੇ ਅੱਜ ਵੀ ਸਟਰਗਲ ਹੈ ਲਾਈਫ। ਅੱਜ ਵੀ ਬੱਚਾ ਘਰ ਬੈਠਾ, ਮੈਂ ਇੱਥੇ ਆਈ ਹਾਂ 6 ਦਿਨ ਹੋ ਗਏ ਇੱਥੇ ਟੁਰਦੇ ਘੁੰਮਦੇ ਹੋਏ। ਉਸ ਦੇ ਇਲਾਵਾ
ਪ੍ਰੋਫੈਸ਼ਨ ਛੱਡ ਕੇ ਇੱਥੇ ਬੈਠੇ ਨੇ। ਬੜੀ ਸਟਰਗਲ ਹੁੰਦੀ ਹੈ ਤੇ ਫਿਰ ਲੜਾਈ ਜਿਹੜੀ ਹੈ ਉਹ ਮਾਨ ਸਨਮਾਨ ਦੀ ਵੀ ਲੜਾਈ ਹੁੰਦੀ ਹੈ ਤੇ ਪਰ ਕਿਸਮਤ ਠੀਕ ਹੈ, ਰੱਬ ਦੀ ਮਿਹਰਬਾਨੀ ਹੈ, ਸੀਨੀਅਰਸ ਤੇ ਘਰ ਵਾਲਿਆਂ ਦੀ ਬੈਕਅਪ ਹੈ ਕਿ ਮੈਂ ਉਹ ਸਭ ਕੁਝ ਕਰ ਸਕਦੀ ਹਾਂ। ਨਹੀਂ ਤੇ ਮੇਰੇ ਹਸਬੈਂਡ ਮੇਰੇ ਬੈਕ ਸਪੋਰਟ ਨਹੀਂ ਕਰਦੇ ਤੇ ਰਾਜਨੀਤੀ ਕਿੱਥੋਂ ਹੁੰਦੀ। ਇਮਾਨਦਾਰ ਨੇਤਾ ਸਾਰੇ ਕਹਿੰਦੇ ਨੇ ਪਰ ਇਮਾਨਦਾਰ ਨੇਤਾ ਰਹਿਣ ਲਈ ਘਰ ਦਾ ਜਿਹੜਾ ਪੈਸਾ ਲੱਗਦਾ, ਘਰ ਦਾ ਜਿਹੜਾ ਖਰਚਾ ਲੱਗਦਾ, ਉਹ ਘਰ 'ਚ ਹੋਣਾ ਵੀ ਚਾਹੀਦਾ ਨਾ। ਇੱਕ ਜ਼ਿੰਦਗੀ 'ਚ ਹਰ ਕੋਈ ਨਾ ਕੋਈ ਸਿੱਖਦਾ ਹੈ। ਅਖੀਰਲਾ ਸਵਾਲ ਹੈ ਮੇਰਾ, ਕੋਈ ਇਹੋ ਜਿਹਾ ਤਜਰਬਾ ਤੁਹਾਡਾ ਜ਼ਿੰਦਗੀ ਦਾ ਜਿਹੜੇ ਹੋਰ ਲੋਕਾਂ ਲਈ ਕੁਝ ਬਣ ਸਕਦਾ, ਕੋਈ ਇਹੋ ਜਿਹੀ ਮੋਟੀਵੇਸ਼ਨ, ਕੋਈ ਵੀ ਗੱਲ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ? ਬੜਾ ਮੁਸ਼ਕਿਲ ਸਵਾਲ ਪੁੱਛਿਆ ਹੈ ਕਿਉਂਕਿ ਇਹੋ ਜਿਹੇ ਤਜਰਬੇ ਰੋਜ਼ ਦੇ ਨੇ, ਰੋਜ਼ ਕੋਈ ਨਾ ਕੋਈ ਕੁਛ ਨਾ ਕੁਛ ਇਹੋ ਸਿੱਖਦਾ ਜਿਹਾ ਸਾਂਝਾ ਕਰੋ ਨਾ ਜਿਹੜਾ ਮਿਸਾਲ ਬਣੇ ਹੋਰਾਂ ਵਾਸਤੇ ਵੀ, ਧੀਆਂ ਵਾਸਤੇ, ਬੱਚਿਆਂ ਵਾਸਤੇ। ਧੀਆਂ ਵਾਸਤੇ ਤੇ ਇੱਕ ਮਿਸਾਲ ਹੈ, ਮੈਂ ਪੰਜਾਬੀ ਘਰੋਂ ਆਉਂਦੀ ਹਾਂ ਤੇ ਮੈਨੂੰ ਯਾਦ ਹੈ ਕਿ ਜਦੋਂ ਛੋਟੀ ਸੀ ਤੇ ਫਾਦਰ ਨੇ ਬਹੁਤ ਵਿਗਾੜਿਆ, ਬਹੁਤ ਸਰੇ ਲਾਏ ਰੱਖਿਆ। ਉਹਦੇ ਬਾਅਦ ਜਦੋਂ ਮੈਂ ਵੱਡੀ ਹੋ ਗਈ ਤੇ ਉਹਨਾਂ ਨੂੰ ਚਿੰਤਾ ਹੋ ਗਈ ਕਿ ਇਹਦਾ ਵਿਆਹ ਕਰ ਦਿਓ ਤੇ ਮੈਂ ਫਿਰ ਉਹਨਾਂ ਦੀ ਧੀ ਹਾਂ ਤੇ ਮੈਂ ਅਟਕ ਗਈ। ਮੈਂ ਕਿਹਾ ਤੇ ਮੈਂ ਨਹੀਂ ਕਰਨਾ, ਮੈਂ ਤੇ ਪੜ੍ਹਨਾ ਹੈ, ਹੋਰ ਅੱਗੇ ਪੜ੍ਹਨਾ ਹੈ, ਵਕਾਲਤ ਕਰਨੀ ਹੈ। ਤੇ ਕਹਿੰਦੇ ਵਕੀਲ ਕੁੜੀ ਨਾਲ ਕੋਈ ਚੇਤਾ ਭੁੱਲ ਗਿਆ ਦੱਸਣ ਦਾ, ਸੁਪਰੀਮ ਕੋਰਟ ਦੇ ਵਕੀਲ ਵੀ ਹੋ ਤੁਸੀਂ। ਮੈਂ ਵਕੀਲ ਕੁੜੀ ਨਾਲ ਕੋਈ ਵਿਆਹ ਨਹੀਂ ਕਰਦਾ ਤੇ ਮੈਂ ਕਿਹਾ ਵਿਆਹ ਮੈਂ ਕਰਨਾ ਹੀ ਨਹੀਂ। ਜਦ ਕੋਈ ਠੀਕ ਠਾਕ ਬੰਦਾ ਹੋਏਗਾ ਤਾਂ ਵਿਆਹ ਕਰਨਾ, ਪਰ ਪਹਿਲਾਂ ਪੜ੍ਹਾਈ ਖਤਮ ਕਰਨੀ ਹੈ। ਪੜ੍ਹਾਈ ਦਾ ਹੁਣ ਤੁਸੀਂ ਨਤੀਜਾ ਦੇਖੋ, ਪੜ੍ਹਾਈ ਵੀ ਕੀਤੀ ਤੇ ਵਕਾਲਤ ਵੀ ਕੀਤੀ ਤੇ ਵਿਆਹ ਵੀ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਮਾਂ ਘੱਟ ਸੀ, ਇੰਨੇ ਰੁਝੇਵਿਆਂ ਵਿੱਚੋਂ ਆਪਦਾ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਥੈਂਕ ਯੂ। ਤਾਂ ਸਾਡੇ ਨਾਲ ਦੇਸ਼ ਦੇ ਕੇਂਦਰੀ ਮੰਤਰੀ ਸਾਡੇ ਨਾਲ ਸਨ। ਅੱਜ ਖਾਸ ਚਰਚਾ ਅਸੀਂ ਚਾਹੇ ਕੀਤੀ ਹੈ, ਲਗਾਤਾਰ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਅਸੀਂ ਲਗਾਤਾਰ ਪਹੁੰਚਾ ਰਹੇ ਹਾਂ, ਪੰਜਾਬ ਪੱਧਰ ਤੇ ਨਹੀਂ ਬਲਕਿ ਦੇਸ਼ ਪੱਧਰ ਤੇ। ਇੱਕ ਧੀ ਹੋਣ ਦੇ ਨਾਤੇ, ਇੱਕ ਔਰਤ ਹੋਣ ਦੇ ਨਾਤੇ ਅੱਜ ਉਹ ਧੀ ਚਾਹੇ ਉਹ ਦੇਸ਼ ਦੀ ਕੇਂਦਰੀ ਮੰਤਰੀ ਬਣੇ ਨੇ, ਪਰ ਹੋਰਾਂ ਲਈ ਕੀ ਮਿਸਾਲ ਬਣੀ ਹੈ ਇਹ ਜ਼ਰੂਰ ਸਾਡੀਆਂ ਅੱਜ ਪੰਜਾਬ ਦੀਆਂ ਧੀਆਂ ਨੇ ਸਿੱਖਿਆ ਤੇ ਵੇਖਿਆ ਹੋਣਾ। ਤੁਸੀਂ ਇਸੇ ਤਰ੍ਹਾਂ PBC ਨਾਲ ਬਣੇ ਰਹੋ, ਲੱਗਦਾ ਚੰਗਾ ਕੰਮ ਕਰ ਰਹੇ ਹਾਂ ਤਾਂ ਜ਼ਰੂਰ ਆਪਣਾ ਸਹਿਯੋਗ, ਆਪਣੀ ਪ੍ਰਤੀਕਿਰਿਆ ਸਾਡੇ ਤੱਕ ਪਹੁੰਚਾਓ। ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਅਰਸ਼ਦੀਪ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹਿਣਾ PBC ਨਿਊਜ਼।